योग शब्दं ज्ञान शब्दं वेद शब्दं ब्राह्मण है। क्षत्रिय शब्दं सूर शब्दं शूद्र शब्दं प्राकृत है। सर्व शब्दं एक शब्दं जे को जाने भेयो। नानक ताका दास है सोई निरंजन देयो। ये पावन बचन ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 469 ਤੇ ਆਸਾ ਰਾਗ ਦੀ ਵਾਰ ਵਿੱਚ ਅੰਕਿਤ ਨੇ। ਭਾਰਤੀ ਸਮਾਜ ਜੋ ਸਦੀਆਂ ਤੋਂ ਵਰਣ ਵੰਡ ਦੇ ਨਾਮ ਹੇਠ ਵੰਡਿਆ ਹੋਇਆ ਹੈ, ਅਖੌਤੀ ਧਾਰਮਿਕ ਲੋਕਾਂ ਨੇ ਆਪਣੇ ਸਵਾਰਥ ਦੇ ਲਈ ਇਸ ਸਮਾਜ ਨੂੰ 4 ਭਾਗਾਂ ਵਿੱਚ ਵੰਡ ਦਿੱਤਾ ਗਿਆ, ਜਿਸ ਨੂੰ ਇੱਕ ਨੂੰ ਬ੍ਰਾਹਮਣ, ਖੱਤਰੀ, ਸ਼ੂਦਰ ਤੇ ਵੈਸ ਕਿਹਾ ਗਿਆ ਔਰ ਇਹਦੇ ਨਾਲ ਮਨੁੱਖ ਦੇ ਕਿੱਤੇ ਵੀ ਵੰਡ ਦਿੱਤੇ ਗਏ। ਕਿਸੇ ਨੂੰ ਅਧਿਕਾਰ ਸੀ ਕਿ ਕੇਵਲ ਉਹ ਧਰਮ ਦਾ ਕੰਮ ਹੀ ਕਰ ਸਕਦਾ ਹੈ। ਖੱਤਰੀਆਂ ਨੂੰ ਅਧਿਕਾਰ ਸੀ ਕਿ ਉਹ ਕੇਵਲ ਸੂਰਬੀਰਤਾ ਦੇ ਕੰਮ ਕਰ ਸਕਦੇ ਨੇ, ਹੋਰ ਕੋਈ ਨਹੀਂ ਕਰ ਸਕਦਾ। ਵੈਸ ਨੂੰ ਕਿਰਤ ਕਰਨ ਦਾ ਕੰਮ ਦਿੱਤਾ ਗਿਆ। ਜਿਤਨੇ ਵੀ ਕਾਰੋਬਾਰ ਦੇ ਕੰਮ ਨੇ, ਖੇਤੀ ਹੈ, ਵਣਜ ਵਪਾਰ, ਵੈਸ ਦੇ ਹਿੱਸੇ ਆਇਆ। ਅਤੇ ਸ਼ੂਦਰ ਨੂੰ ਦੂਸਰਿਆਂ ਦੇ ਬੁੱਤੀਆਂ ਕਰਨ ਦਾ, ਸਭ ਤੋਂ ਨੀਵੇਂ ਕਰਮ ਕਰਨ ਦਾ ਅਧਿਕਾਰ ਦਿੱਤਾ ਗਿਆ। ਔਰ ਇਸ ਅਨੁਸਾਰ ਅਖੌਤੀ ਧਾਰਮਿਕ ਲੋਕਾਂ ਨੇ ਆਪਣੇ ਸਵਾਰਥ ਨੂੰ ਸਿੱਧ ਕਰਨਾ ਸ਼ੁਰੂ ਕਰ ਦਿੱਤਾ, ਜੋ ਮਨੁੱਖਤਾ ਦੇ ਉੱਪਰ ਇੱਕ ਜ਼ੁਲਮ ਸੀ। ਗੁਰਮਤਿ ਨੇ ਇਸ ਦੇ ਵਿਰੁੱਧ ਇਨਕਲਾਬ ਸ਼ੁਰੂ ਕੀਤਾ। ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਮਾਨਵਵਾਦ ਦੇ ਨਾਂ 'ਤੇ ਇੱਕ ਅਜਿਹੇ ਸਮਾਜ ਦੀ ਸਿਰਜਣਾ ਦੀ ਗੱਲ ਕੀਤੀ ਜਿੱਥੇ ਸਮੁੱਚੇ ਲੋਕਾਂ ਨੂੰ ਸਾਰੇ ਅਧਿਕਾਰ ਹੋਣ, ਹਰ ਕੋਈ ਵਿੱਦਿਆ ਪ੍ਰਾਪਤ ਕਰ ਸਕੇ, ਹਰ ਕੋਈ ਸੂਰਬੀਰਤਾ ਦੀ ਗੱਲ ਕਰ ਸਕੇ, ਹਰ ਕੋਈ ਗਿਆਨ ਦੀ ਗੱਲ ਕਰ ਸਕੇ, ਹਰ ਕੋਈ ਪਰਮਾਤਮਾ ਦੀ ਗੱਲ ਕਰ ਸਕੇ। ਆਪਾਂ ਦੇਖਦੇ ਹਾਂ, ਜ਼ਰੂਰੀ ਨਹੀਂ ਕਿ ਬ੍ਰਾਹਮਣ ਦੇ ਘਰ ਕੋਈ ਗਿਆਨਵਾਨ ਬੱਚਾ ਹੀ ਪੈਦਾ ਹੋਵੇ। ਇਹ ਵੀ ਨਹੀਂ ਜ਼ਰੂਰੀ ਕਿ ਜਿਨ੍ਹਾਂ ਲੋਕਾਂ ਨੂੰ ਅਖੌਤੀ ਸ਼ੂਦਰ ਕਿਹਾ ਗਿਆ ਉਹਨਾਂ ਦੇ ਘਰ ਮਾੜੇ ਹੋਣ। ਉਹਨਾਂ ਦੇ ਘਰ 'ਚ ਕਬੀਰ ਸਾਹਿਬ ਜੀ ਵਰਗੇ, ਬਾਬਾ ਰਵਿਦਾਸ ਸਾਹਿਬ ਜੀ ਵਰਗੇ, ਵਾਲਮੀਕ ਜੀ ਵਰਗੇ ਮਹਾਨ ਯੋਧੇ ਅਤੇ ਮਹਾਨ ਗਿਆਨਵਾਨ ਉੱਤਮ ਪੁਰਖ ਵੀ ਪੈਦਾ ਹੋ ਸਕਦੇ ਨੇ। ਕੁਦਰਤ ਦਾ ਇਹ ਨਿਯਮ ਹੈ। ਬ੍ਰਾਹਮਣਾਂ ਦੇ ਘਰ ਚੰਡਾਲ ਵੀ ਪੈਦਾ ਹੋ ਸਕਦੇ ਨੇ। ਇਸ ਕਰਕੇ ਗੁਰੂ ਸਾਹਿਬ ਜੀ ਨੇ ਇਸ ਅਨਿਆਂ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ। ਸਤਿਗੁਰੂ ਜੀ ਨੇ ਸੰਗਤ ਅਤੇ ਪੰਗਤ ਦੀ ਗੱਲ ਇਸੇ ਕਰਕੇ ਸ਼ੁਰੂ ਕੀਤੀ ਕਿ ਮਾਨਵਤਾ ਦੇ ਵਿੱਚੋਂ ਇਹ ਦੂਰੀਆਂ ਖਤਮ ਹੋ ਜਾਣ। ਗੁਰੂ ਅੰਗਦ ਦੇਵ ਜੀ ਮਹਾਰਾਜ ਆ ਜੋ ਪਵਿੱਤਰ ਮੁੱਖ ਵਾਕ ਹੈ, ਇਸ ਦੇ ਰਾਹੀਂ ਬਚਨ ਕਹਿ ਰਹੇ ਨੇ। ਇਸੇ ਗੱਲ ਦੀ ਚਰਚਾ ਕਰਦੇ ਹਾਂ ਕਿ ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ। ਸ਼ਬਦ ਅਰਥ ਹੁੰਦਾ ਉਪਦੇਸ਼, ਗੁਰੂ ਦਾ ਬਚਨ। ਇੱਥੇ ਸ਼ਬਦ ਅਰਥ ਹੈ ਕਿ ਗੁਰੂ ਦੇ ਦੱਸੇ ਬਚਨ ਅਨੁਸਾਰ ਜੀਵਨ 'ਚ ਧਰਮ ਨੂੰ ਕਮਾਉਣਾ, ਜੀਵਨ ਮਾਰਗ 'ਤੇ ਚੱਲਣਾ। ਯੋਗੀ ਆਪਣੀ ਜ਼ਿੰਦਗੀ ਦਾ ਧਰਮ ਸਮਝਦੇ ਸਨ ਕਿ ਅਸੀਂ ਗਿਆਨ ਪ੍ਰਾਪਤ ਕਰਨਾ, ਬ੍ਰਹਮ ਗਿਆਨ ਹੀ ਪ੍ਰਾਪਤ ਕਰਨਾ। ਬ੍ਰਾਹਮਣ ਨੂੰ ਇਹ ਧਰਮ ਦੱਸਿਆ ਗਿਆ, ਜਾਂ ਬ੍ਰਾਹਮਣ ਇਹ ਧਰਮ ਸਮਝਦਾ ਸੀ ਕਿ ਮੇਰਾ ਧਰਮ ਕੇਵਲ ਧਰਮ ਗ੍ਰੰਥਾਂ ਨੂੰ ਪੜ੍ਹਨਾ ਹੈ, ਦਾਨ ਲੈਣਾ ਹੈ, ਧਰਮ ਗ੍ਰੰਥ ਪੜ੍ਹਨੇ ਅਤੇ ਪੜ੍ਹਾਉਣੇ ਨੇ। ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕਿਰਤ ਹੈ। ਖੱਤਰੀ ਆਪਣੀ ਜ਼ਿੰਦਗੀ ਦਾ ਇਹ ਮਾਰਗ ਗਿਣਦਾ ਸੀ ਕਿ ਮੈਂ ਸੂਰਬੀਰਤਾ ਵਾਲੇ ਕਰਮ ਕਰਨੇ ਨੇ। ਖੱਤਰੀ ਤੋਂ ਬਿਨਾਂ ਹੋਰ ਕਿਸੇ ਨੂੰ ਸੂਰਬੀਰਤਾ ਦਾ ਅਧਿਕਾਰ ਦਿੱਤਾ ਹੀ ਨਹੀਂ ਗਿਆ ਸੀ। ਔਰ ਸ਼ੂਦਰ, ਜਿਸ ਨੂੰ ਸਭ ਤੋਂ ਨੀਵਾਂ ਦਰਜਾ ਦਿੱਤਾ ਗਿਆ, ਉਹਦਾ ਕੰਮ ਸੀ ਜਾਂ ਉਹਦੀ ਜ਼ਿੰਦਗੀ ਦਾ ਇਹੀ ਧਰਮ ਗਿਣਿਆ ਗਿਆ ਕਿ ਉਸਨੇ ਦੂਸਰਿਆਂ ਦੀ ਕਿਰਤੀ ਕਰਨੀ, ਦੂਸਰਿਆਂ ਦੀਆਂ ਬੁੱਤੀਆਂ ਕਰਨੀਆਂ ਨੇ। ਪਰ ਸਤਿਗੁਰੂ ਸਾਹਿਬ ਜੀ ਇਸ ਗੱਲ ਨੂੰ ਪ੍ਰਵਾਨ ਨਾ ਕਰਦਿਆਂ ਹੋਇਆਂ ਆਪਣੀ ਗੁਰਮਤਿ ਦਾ ਜੋ ਮਾਰਗ ਹੈ ਉਹ ਦਰਸਾ ਰਹੇ ਨੇ ਕਿ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੇ ਭਿਓ। ਸਤਿਗੁਰੂ ਜੀ ਕਹਿੰਦੇ ਕਿ ਸਮੁੱਚੀ ਮਾਨਵਤਾ ਦਾ ਇੱਕ ਸਾਂਝਾ ਧਰਮ ਹੈ। ਸਾਰੇ ਮਨੁੱਖ ਵਾਹਿਗੁਰੂ ਜੀ ਦੇ ਹੁਕਮ 'ਚ ਇੱਕੋ ਹੀ ਤਰੀਕੇ ਨਾਲ ਧਰਤੀ 'ਤੇ ਆਏ ਨੇ। ਦੇਖੋ, ਭਗਤਾਂ ਨੇ ਵੰਗਾਰਿਆ ਇਸ ਵਰਣ ਵੰਡ ਦੇ ਵਿਰੁੱਧ ਇਨਕਲਾਬ ਸ਼ੁਰੂ ਕੀਤਾ। ਬਾਬਾ ਕਬੀਰ ਸਾਹਿਬ ਜੀ ਨੇ ਕਿਹਾ ਸੀ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ। ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ। ਜੇ ਤੂੰ ਬ੍ਰਾਹਮਣ ਆਪਣੇ ਆਪ ਨੂੰ ਮਹਾਨ ਗਿਣਦਾ ਹੈ ਅਤੇ ਤੂੰ ਵੀ ਤਾਂ ਸਾਡੇ ਵਾਂਗੂ ਧਰਤੀ 'ਤੇ ਆਇਆ। ਤੂੰ ਕਿਹੜਾ ਹੋਰ ਕਿਸੇ ਰਸਤੇ ਥਾਣੀ ਆਇਆ? ਤੇਰੇ 'ਚ ਕਿਹੜਾ ਕਿ ਦੁੱਧ ਹੈ ਅਤੇ ਸਾਡੇ 'ਚ ਖੂਨ ਹੈ। ਇਸ ਕਰਕੇ ਜਿੱਥੇ ਭਗਤਾਂ ਨੇ ਇਸ ਨੂੰ ਵੰਗਾਰਿਆ, ਸਤਿਗੁਰੂ ਜੀ ਨੇ ਇੱਕ ਅਜਿਹੇ ਪੰਥ ਦੀ ਆਰੰਭਤਾ ਕਰ ਦਿੱਤੀ ਜਿਹਦੇ 'ਚ ਬਰਾਬਰਤਾ ਦੀ ਗੱਲ ਹੋਏ। ਸਾਹਿਬ ਕਹਿੰਦੇ ਸਮੁੱਚੀ ਮਾਨਵਤਾ ਦਾ ਇੱਕੋ ਹੀ ਧਰਮ ਹੈ, ਜੇ ਕੋ ਜਾਣੇ ਭਿਓ।
ਜੇ ਕਿਸੇ ਨੂੰ ਇਸ ਭੇਤ ਦਾ ਪਤਾ ਲੱਗ ਜੇ, ਜਿਹੜਾ ਇਸ ਗੱਲ ਨੂੰ ਸਮਝ ਲੈ, ਰਮਜ ਨੂੰ ਸਮਝ ਜਾਏ, ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦਿਓ। ਸਾਹਿਬ ਜੀ ਕਹਿੰਦੇ ਨਾਨਕ ਉਹਦਾ ਦਾਸ ਬਣ ਜਾਏਗਾ। ਉਹ ਬੰਦਾ ਜਿਹੜਾ ਸਮੁੱਚੀ ਮਾਨਵਤਾ ਦੇ ਵਿੱਚੋਂ ਪਰਮਾਤਮਾ ਨੂੰ ਦੇਖ ਕੇ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ ਦੀ ਭਾਵਨਾ ਨਾਲ ਵਿਚਰਦਾ ਹੈ ਉਹ ਤੇ ਰੱਬ ਦਾ ਰੂਪ ਬਣ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਸੋਈ ਨਿਰੰਜਨ ਦਿਓ, ਉਹ ਪ੍ਰਮਾਤਮਾ ਦਾ ਰੂਪ ਹੈ, ਨਾਨਕ ਉਹਦਾ ਦਾਸ ਬਣ ਜਾਏਗਾ। ਸਤਿਗੁਰੂ ਸਾਹਿਬ ਜੀ ਨੇ ਇੱਕ ਅਜਿਹੇ ਸਮਾਜ ਦਾ ਵਿਕਲਪ ਰੱਖਿਆ ਜਿਹਦੇ ਵਿੱਚ ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਹੋਏ, ਹਰ ਕੋਈ ਪ੍ਰਮਾਤਮਾ ਦੀ ਬੰਦਗੀ ਕਰ ਸਕੇ, ਹਰ ਕੋਈ ਸੂਰਬੀਰਤਾ ਦੀ ਗੱਲ ਕਰ ਸਕੇ, ਹਰ ਕੋਈ ਵਣਜ ਵਪਾਰ ਕਰ ਸਕੇ, ਹਰ ਕੋਈ ਸੇਵਾ ਦੀ ਭਾਵਨਾ ਪੈਦਾ ਕਰ ਸਕੇ, ਹਰ ਕਿਸੇ ਨੂੰ ਹਰ ਕਿੱਤਾ ਕਰਨ ਦਾ ਅਧਿਕਾਰ ਗੁਰਮਤਿ ਨੇ ਦੇ ਦਿੱਤਾ। ਆਪਾਂ ਦੇਖਦੇ ਹਾਂ ਇਹ ਵਰਣ ਵੰਡ ਦੇ ਨਾਂ ਹੇਠ ਸਦੀਆਂ ਤੋਂ ਭਾਰਤ ਦਾ ਸਮਾਜ ਜਿੱਥੇ ਵੰਡਿਆ ਸੀ, ਜਿਹਨੇ ਭਾਰਤ ਨੂੰ ਗੁਲਾਮੀ ਵੱਲ ਪ੍ਰੇਰਿਆ, ਇਹ ਭਾਰਤ ਸਾਡਾ ਮੁਲਕ ਜਿਹੜਾ ਇੱਕ ਸੋਨੇ ਦੀ ਚਿੜੀ ਹੋਇਆ ਕਰਦਾ ਸੀ। ਇਹ ਇੰਗਲੈਂਡ ਕੋਈ ਅਮੀਰ ਨਹੀਂ ਸੀ, ਇਹ ਲੋਕ ਭਾਰਤ ਤੋਂ ਬਹੁਤ ਗਰੀਬ ਸਨ। ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਇਸ ਮੁਲਕ ਨੂੰ ਕਦੀ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਔਰ ਇਹ ਪੱਛਮ ਦੇ ਲੁਟੇਰੇ ਸਦੀਆਂ ਤੋਂ ਇਸ ਮੁਲਕ ਨੂੰ ਲੁੱਟਣਾ ਚਾਹੁੰਦੇ ਸਨ, ਔਰ ਇਹ ਲੋਕ ਆਏ ਹਮਲਾਵਰ ਹੋ ਕੇ, ਔਰ ਇੱਥੋਂ ਦੀ ਵਰਣ ਵੰਡ ਕੁਝ ਰਾਜਨੀਤਿਕ ਲੋਕਾਂ ਨੇ ਵਰਣ ਵੰਡ ਦੇ ਨਾਮ ਹੇਠ ਇੱਥੋਂ ਦੇ ਵਰਗ ਨੂੰ ਕਾਬੂ ਕੀਤਾ ਹੋਇਆ ਸੀ, ਕਮਜ਼ੋਰ ਕੀਤਾ ਹੋਇਆ ਸੀ। ਕੁਝ ਅਖੌਤੀ ਧਾਰਮਿਕ ਲੋਕਾਂ ਨੇ ਅੰਧ ਵਿਸ਼ਵਾਸ ਕਰਮਕਾਂਡਾਂ ਦੇ ਨਾਂ 'ਤੇ ਮਨੁੱਖਤਾ ਦੇ ਵਿੱਚ ਅਨੇਕ ਤਰ੍ਹਾਂ ਦੇ ਭਰਮ ਪੈਦਾ ਕੀਤੇ ਹੋਏ ਹਨ, ਜਿਨ੍ਹਾਂ ਸਦਕਾ ਇਹ ਮੁਲਕ ਸਦੀਆਂ ਤੋਂ ਗੁਲਾਮ ਹੋ ਗਿਆ। ਗੁਰੂ ਨਾਨਕ ਸਾਹਿਬ ਜੀ ਨੇ ਇਸ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ, ਮਨੁੱਖੀ ਸੁਤੰਤਰਤਾ ਦੀ ਗੱਲ, ਮਨੁੱਖੀ ਬਰਾਬਰਤਾ ਦੀ ਗੱਲ ਕੀਤੀ। ਜਿੱਥੇ ਸਦੀਆਂ ਤੋਂ ਇਸ ਵਰਣ ਵੰਡ ਦੇ ਨਾਮ ਹੇਠ ਚਲਾਕ ਧਾਰਮਿਕ ਤੇ ਚਲਾਕ ਰਾਜਨੀਤਿਕ ਆਗੂ ਇੱਥੇ ਮਨੁੱਖਤਾ ਦਾ ਸ਼ੋਸ਼ਣ ਕਰਦੇ ਰਹੇ। ਅੱਜ ਵੀ ਆਪਾਂ ਦੇਖਦੇ ਹਾਂ, ਭਾਵੇਂ ਆਪਾਂ ਦੇਖਦੇ ਕਿ 1947 ਤੋਂ ਹਿੰਦੁਸਤਾਨ ਆਜ਼ਾਦ ਹੋ ਗਿਆ ਹੈ, ਚਾਹੀਦਾ ਤਾਂ ਸੀ ਕਿ ਇੱਥੋਂ ਦੇ ਜਿਹੜੇ ਆਗੂ ਨੇ ਉਹ ਮਨੁੱਖਤਾ ਦੇ ਅੰਦਰ ਬਰਾਬਰਤਾ ਦੀ ਗੱਲ ਕਰਦੇ, ਮਨੁੱਖਤਾ ਦੀ ਸਰਬੱਤ ਦੇ ਭਲੇ ਦੀ ਗੱਲ ਕਰਦੇ। ਪਰ ਅਜਿਹੇ ਦੌਰ ਦੇ ਅੰਦਰ ਵੀ ਆਪਾਂ ਦੇਖਦੇ ਹਾਂ ਰਾਜਨੀਤਿਕ ਲੋਕ ਅੱਜ ਵੀ ਉਸੇ ਤਰੀਕੇ ਦੇ ਨਾਲ ਜਾਤਾਂ ਦੇ ਨਾਂ 'ਤੇ, ਇਲਾਕਿਆਂ ਦੇ ਨਾਂ 'ਤੇ, ਧਰਮਾਂ ਦੇ ਨਾਂ 'ਤੇ ਵੋਟਾਂ ਨੂੰ ਵਟੋਰਦੇ ਨੇ। ਜਿੱਥੇ ਪਹਿਲਾਂ ਬ੍ਰਾਹਮਣ, ਖੱਤਰੀ, ਸ਼ੂਦਰ, ਵੈਸ ਦੀ ਗੱਲ ਸੀ, ਹੁਣ ਆਪਾਂ ਦੇਖਦੇ ਹਾਂ ਕੋਈ ਫਾਰਵਰਡ ਹੈ, ਕਿਸ ਨੂੰ ਬੈਕਵਰਡ ਕਿਹਾ ਜਾਂਦਾ ਹੈ, ਕਿਸ ਨੂੰ ਅਦਰ ਬੈਕਵਰਡ ਕਿਹਾ ਜਾਂਦਾ ਹੈ। ਅਨੇਕ ਤਰੀਕਿਆਂ ਨਾਲ ਹੁਣ ਵੀ ਸਮਾਜ ਨੂੰ ਬੜੀ ਚਲਾਕੀ ਦੇ ਨਾਲ ਵੰਡ ਕੇ ਕੇਵਲ ਵੋਟ ਤੰਤਰ ਨੂੰ ਚਲਾਉਣ ਦੇ ਲਈ ਇਹ ਚਾਲਾਂ ਚੱਲੀਆਂ ਜਾਂਦੀਆਂ ਨੇ। ਉੱਥੇ ਅੱਜ ਵੀ ਅਖੌਤੀ ਧਾਰਮਿਕ ਲੋਕ ਜਿਹੜੇ ਨੇ ਅਜਿਹੇ ਰਾਜਨੀਤਿਕ ਲੋਕਾਂ ਦੇ ਪਿਛਲੱਗ ਬਣ ਕੇ ਸਮਾਜ ਦਾ ਸ਼ੋਸ਼ਣ ਕਰ ਰਹੇ ਨੇ। ਗੁਰੂ ਸਾਹਿਬ ਜੀ ਨੇ ਇੱਕ ਸਾਂਝੇ ਸਮਾਜ ਦੀ ਨੀਂਹ ਰੱਖੀ ਸੀ, ਜਿੱਥੇ ਸਾਰਿਆਂ ਨੂੰ ਬਰਾਬਰ ਦੇ ਅਧਿਕਾਰ ਹੋਣ। ਗੁਰੂ ਨਾਨਕ ਸਾਹਿਬ ਜੀ ਦੀ ਇਹ ਗੱਲ ਨੂੰ ਗੁਰੂ ਅੰਗਦ ਦੇਵ ਜੀ ਨੇ ਇਸ ਪਵਿੱਤਰ ਸ਼ਬਦ ਦੇ ਰਾਹੀਂ ਬੜੇ ਸੋਹਣੇ ਢੰਗ ਦੇ ਨਾਲ ਬਿਆਨ ਕੀਤਾ ਕਿ ਸਰਬ ਸ਼ਬਦੰ ਏਕ ਸ਼ਬਦੰ ਜੇ ਕੋਈ ਜਾਣ ਸਪਿਓ। ਸਮੁੱਚੀ ਮਾਨਵਤਾ ਦਾ ਇੱਕੋ ਧਰਮ ਹੈ, ਸਮੁੱਚੀ ਮਾਨਵਤਾ ਬਰਾਬਰਤਾ ਹੈ। ਜਿਸ ਨੂੰ ਇਸ ਗੱਲ ਦਾ ਪਤਾ ਲੱਗ ਜਾਏ ਉਹ ਤੇ ਪ੍ਰਮਾਤਮਾ ਦਾ ਰੂਪ ਹੈ, ਨਾਨਕ ਉਹਦਾ ਦਾਸ ਹੈ। ਗੁਰੂ ਸਾਹਿਬ ਜੀ ਨੇ ਅਨੇਕਾਂ ਇਹੋ ਜਿਹੀ ਜਿੱਥੇ ਸੰਗਤ ਕਾਇਮ ਕੀਤੀ। ਸੰਗਤ ਦਾ ਅਰਥ ਹੀ ਕਿ ਸਾਰੇ ਲੋਕ ਇੱਕ ਥਾਂ ਤੇ ਖੱਤਰੀ, ਬ੍ਰਾਹਮਣ, ਸ਼ੂਦਰ, ਵੈਸ, ਉਪਦੇਸ਼ ਚੋਂ ਵਰਨਾਂ ਕੋ ਸਾਂਝਾ ਪ੍ਰਾਪਤ ਹੋ ਸਕੇ। ਪੰਗਤ ਦੇ ਵਿੱਚ ਵੀ ਸਤਿਗੁਰੂ ਜੀ ਨੇ ਊਚ ਨੀਚ ਦੇ ਵਿਤਕਰੇ ਨੂੰ ਖਤਮ ਕਰਨ ਲਈ ਕਾਇਮ ਕੀਤੀ। ਬਉਲੀ ਸਾਹਿਬ ਦੀ ਸਿਰਜਣਾ ਦਾ ਅਰਥ ਹੀ ਇਹ ਸੀ ਕਿ ਬ੍ਰਾਹਮਣ ਜਦੋਂ ਇਸ਼ਨਾਨ ਕਰਦਾ ਸੀ ਦਰਿਆ ਦੇ ਅੰਦਰ, ਜਿੱਧਰੋਂ ਪਾਣੀ ਆਉਂਦਾ ਸੀ ਉੱਧਰ ਜਾਇਆ ਕਰਦਾ ਸੀ ਕਿ ਕਿਤੇ ਉੱਧਰ ਕੋਈ ਸ਼ੂਦਰ ਨਹਾ ਕੇ ਮੈਨੂੰ ਭੇਟ ਨਾ ਦੇਵੇ। ਸਤਿਗੁਰੂ ਜੀ ਨੇ ਇਸ ਭਰਮ ਨੂੰ ਮੇਟਣ ਦੇ ਲਈ ਬੌਲੀਆਂ ਸਿਰਜੀਆਂ ਕਿ ਇੱਥੇ ਸਾਰੇ ਨਹਾ ਕੇ ਉਹਨਾਂ ਦੇ ਵਿੱਚ ਜਿਹੜੀਆਂ ਦੂਰੀਆਂ ਨੇ ਖਤਮ ਹੋ ਜਾਣ। ਸਰੋਵਰ ਸਿਰਜੇ, ਸਾਂਝੇ ਇੱਥੇ ਲੋਕ ਇਸ਼ਨਾਨ ਕਰਨ ਤਾਂ ਕਿ ਇਹ ਜੋ ਜਾਤ ਪਾਤ ਦਾ ਕੋੜ ਚੰਬੜਿਆ ਹੋਇਆ ਇਹ ਕੱਟਿਆ ਜਾਏ। ਦਰਅਸਲ ਇਹ ਸਰੋਵਰ ਤੇ ਬੌਲੀਆਂ ਸਾਡੇ ਅੰਦਰੋਂ ਊਚ ਨੀਚ ਦੇ ਭੇਦ ਭਾਵ ਨੂੰ ਖਤਮ ਕਰਨ ਦੇ ਲਈ ਸਨ। ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਸਿਰਜੇ ਸਨ। ਲੇਕਿਨ ਜਦੋਂ ਅੱਜ ਦੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਪੰਥ ਖਾਲਸਾ ਦੀ ਸਿਰਜਣਾ ਕੀਤੀ, ਇੱਕੋ ਬਾਟੇ ਦੇ ਅੰਮ੍ਰਿਤ ਛਕਾ ਕੇ ਸਾਰਿਆਂ ਨੂੰ ਇੱਕ ਰੂਪ ਦੇ ਦਿੱਤਾ, ਇੱਕ ਬਾਣੀ ਦੇ ਦਿੱਤੀ, ਇੱਕ ਬਾਣੇ ਦੇ ਨਾਲ ਜੋੜ ਦਿੱਤਾ ਔਰ ਖਾਲਸਾ ਪੰਥ ਦਾ ਰੂਪ ਦੇ ਦਿੱਤਾ। ਅੱਜ ਦੇ ਦੌਰ ਅੰਦਰ ਜਿੱਥੇ ਆਪਾਂ ਗੁਜ਼ਰੇ ਹਾਂ, ਜਿੱਥੇ ਹੋਰ ਹਿੰਦੁਸਤਾਨ ਦੇ ਚਲਾਕ ਧਾਰਮਿਕ ਤੇ ਅਖੌਤੀ ਰਾਜਨੀਤਿਕ ਆਗੂ ਸਮਾਜ ਦਾ ਸ਼ੋਸ਼ਣ ਕਰਦੇ ਨੇ, ਸਾਡੇ ਲੀਡਰ ਵੀ ਉਸੇ ਰਾਹ ਤੁਰ ਪਏ ਨੇ। ਆਪਾਂ ਦੇਖਦੇ ਹਾਂ ਧਰਮ ਦੇ ਨਾਂ 'ਤੇ, ਜਾਤਾਂ ਦੇ ਨਾਂ 'ਤੇ, ਬਰਾਦਰੀਆਂ ਦੇ ਨਾਂ 'ਤੇ ਸਿਰਫ ਤਾਂ ਸਿਰਫ ਆਪਣੀਆਂ ਵੋਟਾਂ ਹਥਿਆਉਣ ਦਾ ਸਾਧਨ ਜਿਹੜਾ ਹੈ ਉਹ ਧਰਮ ਨੂੰ ਬਣਾ ਲਿਆ ਗਿਆ, ਜੋ ਇਸ ਮਨੁੱਖੀ ਸਮਾਜ ਦੇ ਲਈ ਬੜਾ ਘਾਤਕ ਹੈ। ਲੋੜ ਹੈ ਗੁਰੂ ਸਾਹਿਬ ਜੀ ਦੇ ਮਿਸ਼ਨ ਨੂੰ ਸਮਝਣ ਦੇ ਲਈ, ਗੁਰਬਾਣੀ ਨੂੰ ਸਮਝਣ ਦੇ ਲਈ। ਇਹ ਗੁਰਬਾਣੀ ਕੇਵਲ ਤਾਂ ਕੇਵਲ
ਗਿਣਤੀਆਂ ਨਾਲ ਪੜ੍ਹਨ ਦੇ ਨਹੀਂ ਹੈ, ਕੋ ਪੜ੍ਹੇ ਮੁਬਾਰਕ ਹੈ। ਗੁਰਬਾਣੀ ਸਾਨੂੰ ਉਹ ਗਿਆਨ ਦਿੰਦੀ ਹੈ ਜਿਹਦੇ 'ਤੇ ਚੱਲ ਕੇ ਅਸੀਂ ਜ਼ਿੰਦਗੀ ਦਾ ਇੱਕ ਅਜਿਹਾ ਮਾਰਗ ਅਪਣਾ ਸਕਦੇ ਹਾਂ ਕਿ ਆਪਣੇ ਲੋਕ ਪਰਲੋਕ ਨੂੰ ਸਹੇਲਿਆਂ ਬਣਾ ਸਕਦੇ ਹਾਂ, ਜਿੱਦਾਂ ਨੇ ਅਸੀਂ ਅਜਿਹੇ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ ਜਿਹਦਾ ਸੰਕਲਪ ਗੁਰਬਾਣੀ 'ਚ ਕੀਤਾ ਕਿ ਬੇਗਮਪੁਰਾ ਸ਼ਹਿਰ ਕੋ ਨਾਉ। ਸੋ ਗੁਰੂ ਅੰਗਦ ਦੇਵ ਜੀ ਦਾ ਇਹ ਪਵਿੱਤਰ ਪਾਵਨ ਸ਼ਬਦ ਜਿਹੜਾ ਹੈ ਸਾਨੂੰ ਇਹੀ ਪ੍ਰੇਰਣਾ ਦਿੰਦਾ ਹੈ ਕਿ ਸਮੁੱਚੀ ਮਾਨਵਤਾ ਇੱਕ ਹੈ। ਹਰ ਮਨੁੱਖ ਨੂੰ ਹਰ ਕੰਮ ਕਰਨ ਦਾ ਅਧਿਕਾਰ ਹੈ, ਹਰ ਮਨੁੱਖ ਨੂੰ ਹਰ ਬਰਾਬਰਤਾ ਅਧਿਕਾਰ ਹੈ। ਆਓ ਗੁਰੂ ਕੇ ਸਿੱਖਾਂ ਦਾ ਇਹ ਫਰਜ਼ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨੂੰ ਪੜ੍ਹਦੇ ਹਾਂ, ਇਸ ਮਾਰਗ 'ਤੇ ਚੱਲ ਕੇ ਆਪਾਂ ਸਮੁੱਚੇ ਅਜਿਹੇ ਸਮਾਜ ਦੀ ਸਿਰਜਣਾ ਕਰ ਸਕੀਏ ਜਿੱਥੇ ਬਰਾਬਰਤਾ ਦੀ ਗੱਲ ਹੋਵੇ, ਜਿੱਥੇ ਸਾਰਿਆਂ ਨੂੰ ਸਾਰੇ ਹੀ ਅਧਿਕਾਰ ਹੋਣ। ਇਸ ਕਰਕੇ ਆਪਾਂ ਦੇਖਦੇ ਸਾਡੇ ਇਸ ਸਮਾਜ ਦੇ ਅੰਦਰ, ਇਸ ਖਿੱਤੇ ਦੇ ਅੰਦਰ ਇਹ ਵੰਡੀਆਂ ਧਰਮ ਦੇ ਨਾਂ 'ਤੇ ਕੰਮਾਂ ਦੇ ਪਾਈਆਂ ਹੋਈਆਂ ਨੇ। ਇਸੇ ਖਿੱਤੇ ਦਾ ਕੋਈ ਬੰਦਾ ਕਿਤੇ ਬਾਹਰ ਚਲਿਆ ਜਾਏ, ਆਪਣੇ ਆਪ ਨੂੰ ਉੱਚ ਜਾਤੀ ਹੋਣ ਵਾਲਾ ਉੱਥੇ ਹਰ ਕੰਮ ਕਰਨ ਦੇ ਲਈ ਤਿਆਰ ਹੋ ਜਾਂਦਾ ਹੈ। ਉੱਥੇ ਤੇ ਅਜਿਹਾ ਕੋਈ ਨਹੀਂ ਹੈ। ਪੱਛਮੀ ਮੁਲਕਾਂ ਦੀ ਖੁਸ਼ਹਾਲੀ ਦਾ ਕਾਰਨ ਇਹ ਨਹੀਂ ਕਿ ਉੱਥੇ ਕੋਈ ਰੱਬ ਵੱਖਰਾ ਹੈ ਜਾਂ ਉੱਥੇ ਕੋਈ ਬਹੁਤ ਹੀ ਰੱਬ ਮਿਹਰ ਕਰਦਾ। ਉਹਨਾਂ ਦੀ ਖੁਸ਼ਹਾਲੀ ਦਾ ਕਾਰਨ ਉੱਥੇ ਸਮਾਜਿਕ ਬਰਾਬਰਤਾ ਹੈ। ਉੱਥੇ ਸਾਰਿਆਂ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਨੇ, ਹਰ ਕਿਸੇ ਨੂੰ ਹਰ ਕੰਮ ਕਰਨ ਦਾ ਅਧਿਕਾਰ ਦਿੱਤਾ ਹੋਇਆ। ਲੇਕਿਨ ਸਾਡੇ ਮੁਲਕ ਨੂੰ ਜਿਹੜਾ ਮਹਾਨ ਸੀ, ਇਹਦੀ ਮੰਦਹਾਲੀ ਦਾ ਕਾਰਨ ਅੱਜ ਵੀ ਇਹ, ਹਾਲਾਂਕਿ ਇੱਥੇ ਰੱਬ ਨੂੰ ਬਹੁਤਾ ਮੰਨਿਆ ਜਾਂਦਾ ਹੈ, ਰੱਬ ਦੇ ਨਾਂ 'ਤੇ ਧਰਮ ਸਥਾਨਾਂ 'ਤੇ ਭੀੜਾਂ ਲੱਗਦੀਆਂ ਨੇ, ਸਰੋਵਰਾਂ 'ਚ ਲੋਕ ਇਸ਼ਨਾਨ ਕਰਦੇ ਨੇ, ਰੱਬ ਦੇ ਨਾਂ 'ਤੇ ਅਨੇਕ ਤਰ੍ਹਾਂ ਦੇ ਵੱਡੇ ਵੱਡੇ ਸਮਾਗਮ ਹੁੰਦੇ ਨੇ, ਨਗਰ ਕੀਰਤਨ ਹੁੰਦੇ ਨੇ, ਰੱਬ ਦੇ ਨਾਂ ਦੇ ਉੱਪਰ ਅਨੇਕ ਤਰ੍ਹਾਂ ਦੇ ਅਖੰਡ ਪਾਠ ਜਾਂ ਅਨੇਕ ਤਰ੍ਹਾਂ ਦੇ ਪਾਠ ਪੂਜਾ ਹੁੰਦੇ ਨੇ। ਫਿਰ ਕੀ ਕਾਰਨ ਹੈ ਕਿ ਸਾਡਾ ਮੁਲਕ ਗੁਰਬਤ ਵੱਲ ਨੂੰ ਕਿਉਂ ਜਾ ਰਿਹਾ? ਉਹਦਾ ਕਾਰਨ ਹੈ ਇੱਥੋਂ ਦਾ ਇਹ ਜਾਤ ਪਾਤ, ਇਹ ਬਰਾਦਰੀਵਾਦ, ਇੱਥੋਂ ਦੀ ਸੰਪਰਦਾਇਕਤਾ। ਔਰ ਗੁਰਬਾਣੀ ਇਸ ਦੀ ਹਮੇਸ਼ਾ ਵਿਰੋਧਤਾ ਕਰਦੀ ਹੈ ਤੇ ਗੁਰੂ ਕੇ ਸਿੱਖ ਨੂੰ ਸਤਿਗੁਰੂ ਜੀ ਨੇ ਇਹ ਮਾਰਗ ਦਿੱਤਾ ਹੈ। ਗੁਰੂ ਕਾ ਇਹ ਪਵਿੱਤਰ ਬਚਨ ਕਿ ਸਰਬ ਸ਼ਬਦੰ ਏਕ ਸ਼ਬਦੰ ਜੇ ਕੋਈ ਜਾਣ ਸਭਿਓ, ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ। ਜਿਹੜਾ ਇਸ ਗੱਲ ਨੂੰ ਸਮਝ ਜਾਏਗਾ, ਸਤਿਗੁਰੂ ਜੀ ਨੇ ਉਸ ਨੂੰ ਖਾਲਸਾ ਕਿਹਾ ਸੀ। ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਇਸ਼ਟ ਸੁਹਿਰਜ। ਖਾਲਸੇ ਦਾ ਅਰਥ ਇਹ ਹੈ ਜਿਹਦੇ ਵਿੱਚ ਬਰਾਬਰਤਾ ਹੈ, ਜਿੱਥੇ ਕੋਈ ਬਰਾਦਰੀਵਾਦ ਨਹੀਂ, ਜਿੱਥੇ ਕੋਈ ਸੰਪਰਦਾਇਕਤਾ ਨਹੀਂ। ਆਓ ਇਹ ਕੋਡ ਮੁੜ ਕੇ ਸਾਡੇ 'ਚ ਭਾਰੂ ਹੋ ਰਿਹਾ ਹੈ। ਇਹਦੇ ਤੋਂ ਮੁਕਤ ਹੋਣ ਲਈ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਓਟ ਆਸਰਾ ਲਈਏ। ਇਹਦੇ 'ਚ ਹੀ ਸਾਡੇ ਸਮਾਜ ਤੇ ਸਾਡੀ ਜ਼ਿੰਦਗੀ ਦਾ ਕਲਿਆਣ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।